ਗੁਰਬਾਣੀ ਵਿੱਚ ਆਉਂਦਾ ਹੈ ਪਵਨ ਗੁਰੂ ਪਾਣੀ ਪਿਤਾ, ਯਾਨੀ ਪਵਨ ਨੂੰ ਗੁਰੂ ਦਾ ਦਰਜਾ ਤੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਪਰ ਕੀ ਅਸੀਂ ਆਪਣੇ ਪਿਤਾ ਨੂੰ ਬਚਾ ਰਹੇ ਹਾਂ, ਯਾਨੀ ਜੀਵਨ ਦੇਣ ਵਾਲੇ ਪਾਣੀ ਨੂੰ ਆਪਣਾ ਬਚਾ ਰਹੇ ਹਾਂ? ਪਾਣੀ ਇਸ ਕਦਰ ਵੇਸਟ ਕਰ ਰਹੇ ਹਾਂ ਕਿ ਲਗਾਤਾਰ ਪੰਜਾਬ ਜਾਂ ਪੂਰੇ ਦੇਸ਼ ਦੀ ਗੱਲ ਕਰੀਏ, ਪਾਣੀ ਦਾ ਲੈਵਲ ਬਹੁਤ ਹੀ ਜ਼ਿਆਦਾ ਡਾਊਨ ਜਾ ਰਿਹਾ ਹੈ। ਇਸ ਤਰ੍ਹਾਂ ਪਾਣੀ ਆਪਾਂ ਵੇਸਟ ਕਰਦੇ ਹਾਂ, ਗੱਡੀਆਂ ਧੋ ਕੇ ਜਾਂ ਸਮਰਸੀਬਲ ਛੱਡ ਕੇ ਟੈਂਕੀ ਜਿਹੜੀ ਹੈ ਓਵਰਫਲੋ ਹੋਈ ਰਹਿੰਦੀ ਹੈ। ਪਾਣੀ ਇੰਨਾ ਜ਼ਿਆਦਾ ਵੇਸਟ ਜਾਂਦਾ ਹੈ ਕਿ ਆਉਣ ਵਾਲੇ ਕੁਝ ਸਾਲਾਂ 'ਚ ਜਿਹੜਾ ਪਾਣੀ ਆਪਣੀ ਧਰਤੀ ਹੇਠੋਂ ਖਤਮ ਹੋ ਜਾਊਗਾ। ਸੋਚੋ ਕੀ ਹਾਲਾਤ ਹੋਣਗੇ ਉਸ ਸਮੇਂ, ਅਗਰ ਪਾਣੀ ਧਰਤੀ ਹੇਠਲਾ ਖਤਮ ਹੋ ਜਾਊਗਾ। ਆਪਣੀ ਜ਼ਮੀਨ ਜਿਹੜੀ ਹੈ ਬੰਜਰ ਬਣ ਜਾਏਗੀ, ਔਰ ਪਾਣੀ ਤੋਂ ਬਿਨਾਂ ਤਾਂ ਆਪਾਂ ਇੱਕ ਮਿੰਟ ਵੀ ਨਹੀਂ ਜੀ ਸਕਦੇ। ਕਹਿੰਦੇ ਜਲ ਹੈ ਤਾਂ ਜੀਵਨ ਹੈ, ਯਾਨੀ ਜਿੰਨੇ ਵੀ ਇਹ ਗੱਲਾਂ ਲਿਖੀਆਂ ਨੇ, ਜਲ ਹੈ ਤਾਂ ਜੀਵਨ ਹੈ, ਤਾਂ ਕਿਤੇ ਨਾ ਕਿਤੇ ਇਹ ਗੱਲਾਂ ਆਪਾਂ ਨੂੰ ਆਉਣ ਵਾਲੇ ਟਾਈਮ 'ਚ ਜਿਹੜੀ ਹੈ ਸੱਚ ਸਾਬਤ ਕਰਨਗੀਆਂ ਕਿ ਕਿੰਨੀ ਕੁ ਮਹੱਤਤਾ ਪਾਣੀ ਦੀ। ਅਤੇ ਤੁਹਾਨੂੰ ਇੱਕ ਐਸੀਆਂ ਤਸਵੀਰਾਂ ਅੱਜ ਦਿਖਾਉਣ ਜਾ ਰਹੇ ਹਾਂ। ਪਿੱਛੇ ਮੇਰੇ ਸਭ ਤੋਂ ਪਹਿਲਾਂ ਤੁਸੀਂ ਦੇਖੋ, ਆਹ ਟੈਂਕ ਜ਼ਰੂਰ ਨੇ, ਤੁਸੀਂ ਦੇਖੋਗੇ ਸ਼ਾਇਦ ਇਹ ਟੈਂਕ ਜਿਹੜੇ ਹੋਣਗੇ ਆਮ ਪਾਣੀ ਦੀ ਵਾਟਰ ਜਿਹੜੀ ਟੈਂਕੀ ਹੁੰਦੀ ਆ ਉਹ ਹੋਣਗੇ, ਲੇਕਿਨ ਉਹ ਨਹੀਂ ਹੈਗੇ। ਇੱਕ ਅਧਿਆਪਕ ਨੇ ਗੁਰਪ੍ਰੀਤ ਸਿੰਘ, ਉਹਨਾਂ ਵੱਲੋਂ ਇੱਕ ਬੜਾ ਵਧੀਆ ਉਪਰਾਲਾ ਕੀਤਾ ਗਿਆ ਕਿ ਜਿੰਨਾ ਹੀ ਬਰਸਾਤ ਦਾ ਪਾਣੀ ਆਉਂਦਾ ਹੈ, ਛੱਤ ਤੋਂ ਉਸ ਪਾਈਪ ਦੇ ਜ਼ਰੀਏ ਜਿਹੜਾ ਹੈਗਾ ਪਾਣੀ ਇਹਨਾਂ ਟੈਂਕੀਆਂ ਦੇ ਵਿੱਚ ਆ ਜਾਂਦਾ, ਇਹਦੇ 'ਚ ਸਟੋਰ ਕਰਕੇ ਉਸ ਤੋਂ ਬਾਅਦ ਇਸ ਪਾਣੀ ਨੂੰ ਘਰ ਦੀ ਵਰਤੋਂ ਲਈ ਵਰਤਿਆ ਜਾਂਦਾ ਹੈ। ਕਿਤੇ ਨਾ ਕਿਤੇ ਇਸ ਤੋਂ ਕੰਮ ਲਿਆ ਜਾ ਰਿਹਾ, ਤਾਂ ਜੋ ਕਿਤੇ ਨਾ ਕਿਤੇ ਇੱਕ ਉਪਰਾਲਾ ਬਹੁਤ ਵਧੀਆ ਹੈ ਪਾਣੀ ਦਾ ਲੈਵਲ ਉੱਚਾ ਚੱਕਣ ਲਈ। ਤਾਂ ਸਾਡੇ ਨਾਲ ਇਸ ਸਮੇਂ ਗੁਰਪ੍ਰੀਤ ਸਿੰਘ ਜਿਹੜੇ ਹੈਗੇ ਨੇ ਉਹ ਗੱਲਬਾਤ ਕਰਨ ਲਈ ਮੌਜੂਦ ਨੇ। ਸਾਰੀ ਗੱਲਬਾਤ ਉਹਨਾਂ ਨਾਲ ਕਰਦੇ ਹਾਂ। ਸਰ, ਤੁਹਾਡਾ ਉਪਰਾਲਾ ਦੇਖ ਰਿਹਾ ਜੀ ਪਾਣੀ ਨੂੰ ਬਚਾਉਣ ਦਾ, ਇੱਕ ਤਰ੍ਹਾਂ ਨਾਲ ਕਹਿ ਲਈਏ ਰੇਨ ਵਾਟਰ ਜਿਹੜਾ ਹੁੰਦਾ ਹੈ ਉਹਨੂੰ ਤੁਸੀਂ ਸਟੋਰੇਜ ਕਰ ਰਹੇ ਹੋ, ਅਤੇ ਕਿੱਦਾਂ ਦਿਮਾਗ 'ਚ ਆਉਂਦਾ ਵੀ ਇਸ ਤਰ੍ਹਾਂ ਆਪਾਂ ਇਸ ਚੀਜ਼ ਨੂੰ ਆਪਾਂ ਕਿਤੇ ਨਾ ਕਿਤੇ ਵਰਤ ਸਕਦੇ ਹਾਂ? ਸਾਰਿਆਂ ਤੋਂ ਪਹਿਲਾਂ ਸਭ ਨੂੰ ਸਤਿ ਸ਼੍ਰੀ ਅਕਾਲ। ਸੋ ਆਪਾਂ ਸਟਾਰਟ ਕਰੀਏ ਅਗਰ ਤੁਹਾਡੇ ਕੋਲ, ਤਾਂ ਅਗਰ ਆਪਾਂ ਆਪਣੀ ਪੂਰੀ ਲਾਈਫ ਦੀ ਗੱਲ ਕਰੀਏ, ਲਾਈਫ ਸਿਰਫ 2 ਵਰਡਸ ਦੇ ਵਿੱਚ ਹੈ, ਬਰਥ ਔਰ ਡੈਥ, ਬੀ ਐਂਡ ਡੀ। ਔਰ ਬੀ ਔਰ ਡੀ ਦੇ ਵਿੱਚ ਇੱਕ ਆਉਂਦਾ ਸੀ, ਔਰ ਸੀ ਮੀਨਸ ਤੁਹਾਡੀ ਸਾਰੀ ਲਾਈਫ ਚੁਆਇਸਿਸ 'ਤੇ ਡਿਪੈਂਡ ਕਰਦੀ ਹੈ। ਹੁਣ ਉਹ ਚੁਆਇਸਿਸ ਤੁਸੀਂ ਕਿਸ ਤਰ੍ਹਾਂ ਦੀਆਂ ਲੈਣੀਆਂ ਨੇ ਇਹ ਤੁਸੀਂ ਦੇਖਣਾ ਹੈ। ਸੋ ਜਿਹੜੀ ਮੈਂ ਚੁਆਇਸਿਸ ਲਈਆਂ ਹੋਈਆਂ ਨੇ ਉਹ ਸਾਰੀਆਂ ਕਿ ਐਨਵਾਇਰਨਮੈਂਟ ਫਰੈਂਡਲੀ, ਔਰ ਦੂਸਰੀ ਚੀਜ਼ ਹੈ ਸਸਟੇਨੇਬਿਲਟੀ। ਸਸਟੇਨੇਬਲ ਡਿਵੈਲਪਮੈਂਟ ਦੀ ਜੇ ਆਪਾਂ ਡੈਫੀਨੇਸ਼ਨ ਲਈਏ, ਉਹਦਾ ਮਤਲਬ ਇਹ ਹੈ ਕਿ ਨੈਚੁਰਲ ਰਿਸੋਰਸਿਸ ਆਪਾਂ ਓਨੇ ਕੁ ਛੱਡ ਕੇ ਜਾਈਏ ਕਿ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਹੈ ਉਹ ਸਾਨੂੰ ਐ ਨਾ ਕਹਿਣ ਵੀ ਜਿਹੜਾ ਹੈਗਾ ਵੀ ਸਭ ਕੁਝ ਤੁਸੀਂ ਜਿਹੜਾ ਹੈਗਾ ਵੀ ਬਰਬਾਦ ਕਰ ਗਏ। ਸੋ ਪੈਸਾ ਤਾਂ ਸਾਰਿਆਂ ਨੇ ਛੱਡ ਜਾਣਾ ਹੈਗਾ ਤੁਹਾਡੇ ਕੋਲ, ਉਹ ਤਾਂ ਤੁਸੀਂ ਕਹਿ ਲਓ ਜਿੰਨਾ ਮਰਜ਼ੀ ਬੈਂਕ ਛੱਡ ਲਓ, ਪਰ ਜੇ ਨੈਚੁਰਲ ਰਿਸੋਰਸਿਸ ਨਾ ਹੋਣ, ਜੇ ਪਾਣੀ ਨਾ ਹੋਵੇ, ਠੀਕ ਹੈ, ਫਿਰ ਤੁਸੀਂ ਸੋਚ ਕੇ ਦੇਖੋ ਕੇਪ ਟਾਊਨ ਦੇ ਵਿੱਚ ਪਾਣੀ ਖਤਮ ਹੋ ਗਿਆ, ਤੁਸੀਂ ਨੈੱਟ 'ਤੇ ਚੈੱਕ ਕਰਿਓ ਤੁਹਾਡੇ ਕੋਲ ਉੱਥੇ ਕੀ ਹਾਲਾਤ ਨੇ, ਉੱਥੇ ਸਾਰਿਆਂ ਨੂੰ ਪਤਾ ਹੈ। ਪਰ ਫਿਰ ਵੀ ਆਪਾਂ ਇਹ ਸੋਚਦੇ ਹੁੰਦੇ ਹਾਂ ਵੀ ਉੱਥੇ ਹੋ ਗਿਆ, ਸਾਡੇ ਨਾਲ ਨਹੀਂ ਹੋਣਾ। ਔਰ ਇਹ ਚੀਜ਼ ਜਿਹੜੀ ਹੈਗੀ ਹੈ, ਇਹ ਮੈਂ ਕਿੰਨੀ ਦੇਰ ਤੋਂ ਇਹ ਚੀਜ਼ ਸੋਚੀ ਹੋਈ ਸੀ, ਫਿਰ ਮੈਂ ਉਹਨੂੰ ਇੰਪਲੀਮੈਂਟ ਕੀਤਾ। ਹੁਣ ਇੰਪਲੀਮੈਂਟ ਕੀਤੇ ਵੀ ਕਾਫੀ ਦੇਰ ਹੋ ਗਈ ਤੁਹਾਡੇ ਕੋਲ। ਸੋ ਅਲਟੀਮੇਟਲੀ ਅਸੀਂ ਇੱਕ ਸਿਰਫ ਰੇਨ ਵਾਟਰ ਨਹੀਂ, ਅਸੀਂ ਹਰ ਤਰ੍ਹਾਂ ਪਾਣੀ ਸੇਵ ਕਰ ਰਹੇ ਹਾਂ। ਤੁਸੀਂ ਇਹ ਮੰਨ ਕੇ ਚੱਲੋ ਬਈ ਜੇ ਤੁਹਾਡੇ ਕੋਲ ਏਸੀ ਚੱਲ ਰਹੀ ਹੈ ਤਾਂ ਰੋਜ਼ ਇੱਕ ਬੱਚੇ ਦੀ ਡਿਊਟੀ ਹੈ, ਵੱਡੇ ਦੀ ਜਾਂ ਛੋਟੇ ਦੀ, ਕਿ ਏਸੀ ਦੇ ਨੀਚੇ ਬਾਲਟੀ ਲਾਣੀ ਹੈ, ਔਰ ਸਵੇਰੇ ਉਹ ਬਾਲਟੀ ਭਰੀ ਹੋਈ ਮਿਲਦੀ ਹੈ। ਉਸ ਤੋਂ ਬਾਅਦ ਤੁਸੀਂ ਪੋਚਾ ਲਾਓ, ਕਿਉਂਕਿ ਦੇਖੋ ਅੱਜ ਕੱਲ੍ਹ ਜਿਹੜਾ ਹੈਗਾ ਬਰਸਾਤ ਦਾ ਮੌਸਮ ਹੈ, ਔਰ ਮੋਇਸਚਰ ਬਹੁਤ ਹੈ ਏਅਰ 'ਚ, ਔਰ ਜਿੰਨਾ ਮੋਇਸਚਰ ਹੈ ਤੁਹਾਡੇ ਕੋਲ ਉਹ ਏਸੀ ਨੇ ਨੀਚੇ ਸਿੱਟਣਾ ਹੀ ਸਿੱਟਣਾ ਹੈ ਤੁਹਾਡੇ ਕੋਲ। ਔਰ ਉਹ ਜਿਹੜੀ ਹੈ ਉਹ ਬਾਲਟੀ ਫਿਲ ਹੁੰਦੀ ਹੈ। ਉਸ ਤੋਂ ਬਾਅਦ ਜਿਹੜੀ ਸਾਡੀ ਵਾਸ਼ਿੰਗ ਮਸ਼ੀਨ ਹੈ ਉਹ ਰੇਜ਼ਡ ਪਲੇਟਫਾਰਮ 'ਤੇ ਹੈ, ਉਹਦੀ ਪਾਈਪ ਸਾਰੀ ਜਿਹੜੀ ਹੈਗੀ ਉਹ ਟੱਬ ਨਾਲ ਕਨੈਕਟ ਹੁੰਦੀ ਹੈ। ਉਹ ਟੱਬ ਹੈ ਜਾਂ ਅਸੀਂ ਟੋਇਲਟ 'ਚ ਸਿੱਟਣਾ ਹੈਗਾ ਉਹ ਵਾਲਾ ਪਾਣੀ ਤੁਹਾਡੇ ਕੋਲ, ਜਾਂ ਫਿਰ ਉਹਦੇ ਪੋਚੇ ਲਵਾਉਣੇ ਆ। ਤਾਂ ਸੇਮ ਸਟੋਰੀ ਇਹਦੀ ਸੀਗੀ ਤੁਹਾਡੇ ਕੋਲ ਜਿਹੜਾ ਹੈਗਾ ਪਰਪਸ ਇਹ ਸੀਗਾ ਵੀ ਤੁਸੀਂ, ਕਿਉਂਕਿ ਇਹ ਆਲਮੋਸਟ ਜੇ ਮਿੱਟੀ ਨਾ ਰਲੇ ਜਾਂ ਹਵਾ 'ਚ ਪੋਲੂਸ਼ਨ ਨਾ ਹੋਵੇ, ਆਲਮੋਸਟ ਆਪਾਂ ਇਹਨੂੰ ਫਰੈਸ਼ ਵਾਟਰ ਕਹਿੰਦੇ ਹਾਂ। ਔਰ ਇਹਨੂੰ ਆਪਾਂ ਵੈਜੀਟੇਬਲਸ ਲਈ, ਔਰ ਮਤਲਬ ਪਲਾਂਟਸ ਨੂੰ ਗਰੋ ਕਰਨ ਲਈ ਕਿਸੇ ਵੀ ਤਰ੍ਹਾਂ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਤਾਂ ਪਰਪਸ ਇਹ ਸੀ। ਦੂਜਾ ਪਰਪਸ ਇਹ ਸਸਟੇਨੇਬਿਲਟੀ ਵੀ, ਜਿਹੜਾ ਇੰਨਾ ਬਰਬਾਦ ਜਾਂਦਾ ਹੈਗਾ, ਐਟਲੀਸਟ ਤੁਸੀਂ ਕੁਛ ਐਫਰਟ ਕਰੋ, ਫਿਰ ਤੁਹਾਨੂੰ ਦੇਖ ਕੇ ਬਾਕੀ ਸਾਰੇ ਐਫਰਟ ਕਰਨ। ਤਾਂ ਇੱਕ ਬੰਦੇ ਦਾ ਸਟਾਰਟ ਕਰਨਾ ਹੀ ਹੈ, ਉਹ ਆਪਾਂ ਸਟਾਰਟ ਕਰ ਲਿਆ ਤੁਹਾਡੇ ਕੋਲ। ਅੱਛਾ, ਇੱਕ ਵਰਕਿੰਗ ਕਿੱਦਾਂ ਕਰਦਾ, ਕਿੱਦਾਂ ਪਾਣੀ ਨੀਚੇ ਆ ਰਿਹਾ, ਥੋੜ੍ਹਾ ਜਿਹਾ ਐਕਸਪਲੇਨ ਕਰ ਦਈਏ, ਕਿਉਂਕਿ ਦਰਸ਼ਕ ਹੋ ਸਕਦਾ ਇਹ ਤੋਂ ਕਾਫੀ ਮੋਟੀਵੇਟ ਹੋਣਗੇ ਜਿਹੜੇ ਇਸ ਵੀਡੀਓ ਨੂੰ ਦੇਖਣਗੇ। ਹਾਂਜੀ, ਦੇਖੋ ਤੁਹਾਡੇ ਕੋਲ ਜਿਹੜਾ ਹੈਗਾ 3 ਫਲੋਰਸ ਹੈ ਜਿਹੜੀਆਂ ਤੁਹਾਡੇ ਕੋਲ ਉੱਪਰਲੀਆਂ, ਉਹ ਸਾਰਿਆਂ ਇੱਕ ਪ੍ਰਣਾਲੇ 'ਚ ਗਿਰਦੀਆਂ ਸੀਗੀਆਂ। ਔਰ ਪ੍ਰਣਾਲਾ ਹੈਗਾ, ਜੇ ਤੁਸੀਂ ਦਿਖਾ ਸਕੋ, ਉੱਥੋਂ ਜਿਹੜਾ ਹੈਗਾ ਤੁਹਾਡੇ ਕੋਲ ਇੱਥੋਂ ਆਉਂਦਾ ਸੀ, ਔਰ ਇਹ ਪਹਿਲਾਂ ਬਾਹਰ ਗਿਰਦਾ ਸੀ। ਜਦੋਂ ਬਰਸਾਤ ਹੁੰਦੀ ਸੀ ਠਾਠਾ ਪਾਣੀ ਜ਼ਮੀਨ 'ਤੇ ਗਿਰੀ ਜਾਂਦਾ ਸੀਗਾ। ਫਿਰ ਮੈਂ ਕੀ ਕੀਤਾ ਤੁਹਾਡੇ ਕੋਲ, ਫਿਰ ਮੈਂ 2 ਲੈ ਕੇ ਆਇਆ ਡਰਮ ਵੱਡੇ,
ਫਿਰ ਮੈਂ ਡਰਮ 'ਚ ਸਟੋਰ ਕਰਨਾ ਸ਼ੁਰੂ ਕੀਤਾ। ਡਰਮ 'ਚ ਸਟੋਰ ਤਾਂ ਹੋ ਜਾਂਦਾ ਸੀ, ਬਾਅਦ 'ਚੋਂ ਡਰਮ ਹਿਲਦਾ ਨਹੀਂ ਸੀ, ਤੇ ਜੇ ਕੋਈ ਗੇਟ ਆ ਕੇ ਖੋਲ੍ਹਦਾ ਸੀ ਉਹ ਕਹਿੰਦੇ ਗੇਟ ਦੇ ਅੱਗੇ ਵੱਡੇ ਵੱਡੇ ਡਰਮ ਕਾਹਦੇ ਰੱਖੇ ਹੋਏ ਨੇ, ਕਿਉਂਕਿ ਪ੍ਰਣਾਲੀ ਤੋਂ ਗਿਰਨਾ ਉੱਥੋਂ ਤੁਹਾਡੇ ਕੋਲ, ਉਹ ਤਾਂ ਨੀਚੇ ਆ ਜਾਣਾ। ਫਿਰ ਮੈਂ ਸੋਚਿਆ ਵੀ ਲੰਬੀ ਪਾਈਪ ਪਵਾਉਂਦੇ ਹਾਂ, ਤੁਹਾਡੇ ਕੋਲ ਥੋੜ੍ਹੀ ਜਗ੍ਹਾ ਵੀ ਹੈਗੀ ਆ, ਆਪਣੇ ਕੋਲ ਇੱਥੇ ਟੈਂਕੀਆਂ ਰੱਖ ਦਿੰਦੇ ਆ, ਨਾਲ ਟੈਪ ਲਵਾਉਂਦੇ ਹਾਂ, ਜਦੋਂ ਜ਼ਰੂਰਤ ਹੋਈ ਜਿੰਨਾ ਆਪਾਂ ਨੇ ਕੱਢ ਲਿਆ ਤੁਹਾਡੇ ਕੋਲ। ਬਸ ਉਹ ਜ਼ਰੂਰਤ ਦੇ ਹਿਸਾਬ ਨਾਲ ਚੱਲੀ ਜਾਂਦਾ। ਜਦੋਂ ਬਰਸਾਤ ਜ਼ਿਆਦਾ ਆ ਜਾਂਦੀ ਹੈ ਤਾਂ ਇੱਕ ਡਰਮ ਰੱਖ ਦਿੰਦੇ ਆ, ਜੇ ਹੋਰ ਵੀ ਲੱਗੇ ਜ਼ਿਆਦਾ ਆ ਗਈ ਡਰਮ ਹੋਰ ਹੈਗਾ ਤੁਹਾਡੇ ਕੋਲ, ਫਿਰ ਸਾਰੇ ਟੱਬ ਟੁੱਬ ਘਰ ਦੇ ਰੱਖ ਲਈਦੇ ਨੇ ਤੁਹਾਡੇ ਕੋਲ। ਹਾਂ, ਇੱਕ ਦਿਨ ਜ਼ਰੂਰ ਹੁੰਦਾ ਵੀ ਜਦੋਂ ਜ਼ਿਆਦਾ ਬਰਸਾਤ ਆਉਂਦੀ ਹੈ ਤਾਂ ਥੋੜਾ ਖਲਾਰਾ ਜ਼ਿਆਦਾ ਪੈ ਜਾਂਦਾ, ਪਰ ਚਲੋ ਕੁਛ ਕਰਨਾ ਤਾਂ ਇਹਦਾ ਮਤਲਬ ਇੰਨੀ ਟੈਨਸ਼ਨ ਖਲਾਰੇ ਦੀ ਕਾਹਤੇ ਲੈਣੀ ਹੈ। ਯਾਨੀ ਜੇ ਬਰਸਾਤ ਜੇ ਜ਼ਿਆਦਾ ਹੋ ਜਾਵੇ ਤੁਸੀਂ ਇਹਦਾ ਪੂਰਾ ਪ੍ਰੋਵੀਜ਼ਨ ਰੱਖਿਆ ਵੀ ਅੱਗੇ ਅੱਗੇ ਕਿਸ ਤਰ੍ਹਾਂ ਇਹਨੂੰ ਪਾਣੀ ਨੂੰ ਸਟੋਰੇਜ ਇਹ ਵਾਲਾ ਹੈਗਾ ਇਹ ਤੁਹਾਡੇ ਕੋਲ, ਇਹ ਡਰਮ ਰੱਖ ਲਿਆ, ਕਿਉਂਕਿ ਜਦੋਂ ਇਹਨੇ ਓਵਰਫਲੋ ਹੋਣਾ ਤਾਂ ਇਹਨੇ ਇਹਦੇ ਵਿੱਚ ਗਿਰਨਾ ਹੈਗਾ ਤੁਹਾਡੇ ਕੋਲ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਹੈਗਾ ਜੇ ਬਾਈ ਚਾਂਸ ਇਹ ਹੈ ਤੁਹਾਡੇ ਕੋਲ, ਤਾਂ ਮਤਲਬ ਸਾਰੇ ਤੁਸੀਂ ਐਂ ਕਹਿ ਲਓ ਘਰ ਦੇ ਇੰਨੇ ਟ੍ਰੇਨਡ ਹੈ, ਸਭ ਨੂੰ ਪਤਾ ਤੁਹਾਡੇ ਕੋਲ, ਆਪਣੀਆਂ ਬਾਲਟੀਆਂ ਲਿਆ ਕੇ ਦੂਜੇ 'ਚ ਟ੍ਰਾਂਸਫਰ ਕਰ ਲਓ। ਇੱਦਾਂ ਦੇ ਛੋਟੇ ਛੋਟੇ 5-6 ਟੱਬ ਹੈਗੇ ਨੇ ਤੁਹਾਡੇ ਕੋਲ, ਉਹਨਾਂ ਦੇ ਵਿੱਚ ਪਾ ਲਓ, ਤੇ ਫਿਰ 1-2 ਦਿਨ 'ਚ ਯੂਜ਼ ਹੋ ਜਾਂਦਾ। ਸਟਿਲ ਜੇ ਤੁਹਾਨੂੰ ਲੱਗਦਾ ਵੀ ਪਾਣੀ ਖੜਾ ਹੈਗਾ ਹੈ, ਫਿਰ ਉਹ ਆਪਾਂ ਨੇ ਪਰਮਾਨੈਂਟਲੀ ਆਇਲ ਰੱਖਿਆ ਹੋਇਆ, ਵੀ ਉਹ ਐ ਨਹੀਂ ਵੀ ਤੁਸੀਂ ਕਹੋ ਵੀ ਕਿਸੇ ਨੂੰ ਪਰੇਸ਼ਾਨੀ ਹੋਵੇ ਵੀ ਮੱਛਰ ਆ ਜਾਏ ਜਾਂ ਕੁਛ ਆ ਜਾਏ, ਉਹ ਵਾਲਾ ਪ੍ਰੋਗਰਾਮ ਨਹੀਂ ਹੈਗਾ ਕਿ ਨਾਲ ਦੀ ਨਾਲ ਪਾਣੀ ਪਾ ਦਿਓ ਤੁਹਾਡੇ ਕੋਲ। ਵੈਸੇ ਵੀ ਜੇ ਤੁਹਾਡੇ ਕੋਲ ਮੱਛਰ ਦਾ ਲਾਰਵਾ ਵਗੈਰਾ ਹੁੰਦਾ 3-4 ਦਿਨ ਡਿਵੈਲਪ ਹੋਣ ਨੂੰ ਲਾਉਂਦਾ, 3-4 ਦਿਨ ਤਾਂ ਆਪਾਂ ਖੜਨ ਨਹੀਂ ਦੇਣਾ, ਫਿਰ ਵੀ ਉਹਦੇ ਵਿੱਚ ਆਪਾਂ ਸੇਫਟੀ ਸੇਕ ਆਇਲ ਪਾ ਦਿੱਤਾ ਤਾਂ ਕੁਛ ਨਹੀਂ, ਜੋ ਕੋਈ ਬੈਠ ਵੀ ਗਿਆ ਮੱਛਰ ਗਿਆ ਉਹ ਨਾਲ ਦੀ ਨਾਲ ਚਲੇ ਜਾਂਦਾ ਤੁਹਾਡੇ ਕੋਲ, ਲਾਰਵਾ ਡਿਵੈਲਪ ਹੀ ਨਹੀਂ ਹੁੰਦਾ। ਸੋ ਮਤਲਬ ਸੇਫਟੀ ਪ੍ਰੋਵੀਜ਼ਨ ਵੀ ਨਾਲ ਰੱਖੇ ਹੋਏ, ਇਸ ਤਰ੍ਹਾਂ ਨਹੀਂ ਤੁਸੀਂ ਕਹਿ ਦਿਓ ਵੀ ਤੁਸੀਂ ਸੇਵ ਪਾਣੀ ਕਰ ਰਹੇ ਹੋ ਤੇ ਬਾਕੀਆਂ ਲਈ ਮੁਸੀਬਤ ਖੜੀ ਕਰ ਰਹੇ ਹੋ, ਤੁਹਾਡੇ ਕੋਲ ਐਸਾ ਨਹੀਂ ਹੈ ਤੁਹਾਡੇ ਕੋਲ। ਅੱਛਾ, ਇਹ ਟੈਂਕ ਕਿੰਨੀ ਕਪੈਸਿਟੀ ਦੇ ਨੇ ਆਪਾਂ ਇਹ ਜ਼ਰੂਰ ਆਪਾਂ ਦੇਖਾਂਗੇ। 2 ਟੈਂਕ ਤੁਸੀਂ ਲਾਏ ਹੋਏ ਨੇ। ਹਾਂਜੀ, 750 ਲੀਟਰ ਦਾ ਹੈਗਾ ਜੀ, 1500 ਇਹ ਹੋ ਜਾਂਦੇ, 200 ਵਾਲਾ 1700 ਤਾਂ ਸਿੱਧਾ ਜਿਹੜਾ ਸਟੇਸ਼ਨਰੀ ਆਪਾਂ ਕਹਿੰਦੇ ਵੀ ਖੜਾ ਹੀ ਹੈ ਸਿਸਟਮ ਤੁਹਾਡੇ ਕੋਲ। ਹਾਂਜੀ, ਤਾਂ ਮਤਲਬ ਜਿਹੜਾ ਹੈਗਾ 750 1500 ਲੀਟਰ ਤਾਂ ਸਿੱਧਾ ਹੀ ਆ ਗਿਆ ਇਹਦੇ ਵਿੱਚ, 200 ਤੁਹਾਡੇ ਕੋਲ 1700, ਬਾਕੀ ਜਿਹੜਾ ਤੁਹਾਡੇ ਕੋਲ ਸਪਲੀਮੈਂਟਰੀ ਨਾਲ ਹੈ ਔਨ ਦੀ ਸਪੋਟ ਜਿਹੜੀ ਐਡਜਸਟਮੈਂਟ ਕਰ ਦਿੱਤੀ। ਮਤਲਬ ਤੁਸੀਂ ਕਹਿ ਲਓ ਇੱਕ ਰੇਨ ਪੈ ਗਈ ਤਾਂ 2000 ਲੀਟਰ ਆਪਾਂ ਨੇ ਬਚਾ ਲੈਣਾ। ਉਸ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਨਾਰਮਲੀ ਜ਼ਿਆਦਾਤਰ ਅਸੀਂ ਪਲਾਂਟਸ ਲਈ ਯੂਜ਼ ਕਰਦੇ ਹਾਂ, ਮਤਲਬ ਮੈਂ ਤੁਹਾਨੂੰ ਪਲਾਂਟਸ ਦਿਖਾਊਂਗਾ, ਉੱਤੇ ਵੀ ਪੂਰੀ ਦੀ ਪੂਰੀ ਆਰਗੈਨਿਕ ਫਾਰਮਿੰਗ ਛੱਤ ਤੇ ਹੋ ਰਹੀ ਹੈ ਤੁਹਾਡੇ ਕੋਲ, ਔਰ ਇਹ ਸਾਰਾ ਜਿਹੜਾ ਹੈਗਾ ਪਾਣੀ ਉੱਪਰ ਜਾਂਦਾ। ਹਾਂ, ਉੱਪਰ ਜਾਣ ਲਈ ਇਹ ਹੈ ਵੀ ਉਹੀ ਕਹਿੰਦੇ ਵੀ ਜਿਹੜਾ ਬੋਲੇ ਉਹੀ ਕੁੰਡਾ ਖੋਲੇ, ਵੀ ਜੇ ਹੁਣ ਮੈਂ ਸੇਵ ਕਰਦਾ ਵਾਂ ਤਾਂ ਸਾਰੇ ਕਹਿੰਦੇ ਵੀ ਚੁੱਕ ਕੇ ਵੀ ਬਾਲਟੀ ਤੁਸੀਂ ਉਹ ਲੈ ਕੇ ਜਾਣੀ ਹੈ, ਤੇ ਉਹ ਫਿਰ ਐਕਸਰਸਾਈਜ਼ ਦੀ ਲੋੜ ਨਹੀਂ ਪੈਂਦੀ, ਨੀਚੋਂ ਬਾਲਟੀ ਉੱਤੇ ਲੈ ਜਾਓ, 5-7 ਗੇੜੇ ਤੁਹਾਡੇ ਲੱਗਣ, ਉਹ ਸਾਰੀ ਐਕਸਰਸਾਈਜ਼ ਵਾਲਾ ਕੰਮ ਵੀ ਨਿਬੜ ਜਾਂਦਾ ਨਾਲੇ। ਅੱਛਾ, ਇੱਕ ਤੁਸੀਂ ਬਤੌਰ ਅਧਿਆਪਕ ਹੋ, ਇੱਕ ਟੀਚਰ ਹੋ, ਤੇ ਸਕੂਲ ਦੇ ਵਿੱਚ ਬੱਚਿਆਂ ਨੂੰ ਵੀ ਤੁਸੀਂ ਪੜ੍ਹਾ ਰਹੇ ਹੋ, ਬੱਚੇ ਮੋਟੀਵੇਟ ਹੁੰਦੇ ਨੇ ਇਸ ਚੀਜ਼ ਤੋਂ, ਕਦੀ ਤੁਸੀਂ ਉਹਨਾਂ ਨੂੰ ਸਕੂਲ ਦੇ ਵਿੱਚ ਵੀ ਜ਼ਾਹਿਰ ਜਿਹੀ ਗੱਲ ਦੱਸਦੇ ਹੋਵੋਗੇ? ਨਹੀਂ, ਡੈਫੀਨੇਟਲੀ ਤੁਹਾਡੇ ਕੋਲ ਜਿਹੜਾ ਹੈ ਸਕੂਲ ਵਿੱਚ ਅਸੀਂ ਇਹ ਪ੍ਰੋਪਰ ਇੱਕ ਰੇਨ ਵਾਟਰ ਹਾਰਵੈਸਟਿੰਗ ਦਾ ਪਹਿਲਾ ਮਾਡਲ ਬਣਾਇਆ ਹੋਇਆ ਸੀਗਾ। ਪਹਿਲਾ ਮੀਨਸ ਉਹ ਹੁਣ ਵੀ ਹੈਗਾ, ਪਹਿਲਾਂ ਇਨੀਸ਼ੀਅਲ ਸਟੇਜ 'ਤੇ ਅਸੀਂ ਮਾਡਲ ਬਣਾਇਆ ਹੋਇਆ ਸੀਗਾ ਤੁਹਾਡੇ ਕੋਲ, ਔਰ ਉਹ ਬਣਾ ਕੇ ਬੱਚਿਆਂ ਨੂੰ ਸਾਰਾ ਦੱਸੀਦਾ ਸੀ ਵੀ ਐਵੇਂ ਐਵੇਂ ਹੈ। ਫਿਰ ਅਸੀਂ ਤੁਹਾਡੇ ਕੋਲ ਪਿੰਡ ਵਾਲਿਆਂ ਨਾਲ ਕੋਆਪਰੇਸ਼ਨ ਲੈ ਕੇ ਅਸੀਂ ਪ੍ਰੋਪਰ ਸਕੂਲ 'ਚ ਰੇਨ ਵਾਟਰ ਹਾਰਵੈਸਟਿੰਗ ਕਰਵਾ ਹੀ ਦਿੱਤੀ। ਹੁਣ ਉਹ ਪ੍ਰੋਪਰ ਰੇਨ ਵਾਟਰ ਹਾਰਵੈਸਟਿੰਗ ਹੈ, ਬੱਚਿਆਂ ਨੂੰ ਪਤਾ ਹੈ ਵੀ ਜਦੋਂ ਗਰਾਊਂਡ 'ਚ ਪਾਣੀ ਖੜਨਾ ਉਹਨੇ ਆਟੋਮੈਟਿਕਲੀ ਜ਼ਮੀਨ 'ਚ ਚਲੇ ਜਾਣਾ ਹੈਗਾ, ਔਰ ਉਹ ਵਿੱਚ ਠੀਕ ਠਾਕ ਉੱਥੇ ਸੋਕ ਪਿੱਟ ਹੁੰਦਾ, ਪੱਥਰ ਪੁੱਥਰ ਪਾਏ ਹੁੰਦੇ ਆ, ਤਾਂ ਫਿਲਟਰ ਹੋ ਕੇ ਪਾਣੀ ਜਾਂਦਾ ਹੈਗਾ। ਕਿਉਂਕਿ ਕਈਆਂ ਦਾ ਮੇਨ ਕੰਸਰਨ ਇਹੀ ਹੁੰਦਾ ਤੁਹਾਡੇ ਕੋਲ ਵੀ ਜੀ ਜ਼ਮੀਨ 'ਚ ਭੇਜਣਾ ਹੈ ਤੁਸੀਂ, ਤਾਂ ਜ਼ਮੀਨ ਦਾ ਪਾਣੀ ਪੋਲੂਟ ਹੋ ਜਾਊਗਾ ਜਾਂ ਕੁਛ ਹੋਊਗਾ। ਦੇਖੋ, ਅਗਰ ਪਿਓਰ ਰੇਨ ਵਾਟਰ ਅਸੀਂ ਜ਼ਮੀਨ 'ਚ ਸਿੱਟ ਰਹੇ ਹਾਂ ਤਾਂ ਬਿਲਕੁਲ ਨਹੀਂ ਪੋਲੂਸ਼ਨ ਹੁੰਦਾ ਹੈਗਾ। ਉਹਦੇ ਵਿੱਚ ਵੀ ਜੇ ਤੁਸੀਂ ਫਿਲਟਰ ਲਵਾਏ ਹੋਏ ਨੇ ਤੇ ਸਾਰਾ ਕੁਛ ਹੈ ਤੁਹਾਡੇ ਕੋਲ। ਹਾਂ, ਜੇ ਤੁਸੀਂ ਕਹਿ ਰਹੇ ਹੋ ਵੀ ਇੰਡਸਟਰੀਅਲ ਵੇਸਟ ਹੈ, ਉਹ ਤਾਂ ਡੈਫੀਨੇਟਲੀ ਉਹ ਤਾਂ ਇਲੀਗਲ ਹੈ ਨਾ ਉਹ ਚੀਜ਼, ਪਰ ਆਪਾਂ ਤਾਂ ਇੱਕ ਜਨਰਲ ਵਿੱਚ ਇਹ ਪਾਣੀ ਹੈ ਸਿਰਫ ਮੇਰੀ ਛੱਤ ਤੇ ਗਿਰ ਰਿਹਾ, ਮੈਨੂੰ ਪਤਾ ਮੇਰੀ ਛੱਤ ਬਿਲਕੁਲ ਸਾਫ਼ ਹੈ, ਉਹਦੇ ਵਿੱਚ ਹੈ ਤਾਂ ਸਿੱਧਾ ਛੱਤ ਤੋਂ ਮੇਰੇ ਕੋਲ ਆ ਰਿਹਾ ਤੁਹਾਡੇ ਕੋਲ, ਠੀਕ ਹੈ। ਕੈਮੀਕਲ ਦਾ ਮਤਲਬ ਹੀ ਕੁਛ ਨਹੀਂ ਸੀ ਤੁਹਾਡੇ ਕੋਲ। ਸੇਮ ਸਕੂਲ ਵਿੱਚ ਹੈ ਤਾਂ ਸਕੂਲ ਦੀ ਛੱਤ ਤੇ ਗਿਰ ਰਿਹਾ ਜਾਂ ਸਕੂਲ ਦੇ ਗਰਾਊਂਡ 'ਚ ਗਿਰ ਰਿਹਾ, ਮਿੱਟੀ 'ਚ ਗਿਰ ਰਿਹਾ, ਤੇ ਉਹ ਜੇ ਚਲੇ ਜਾਂਦਾ ਹੈਗਾ ਤੁਹਾਡੇ ਕੋਲ, ਉਹ ਬੜੀ ਵਧੀਆ ਗੱਲ ਹੈ। ਔਰ ਐਟਲੀਸਟ ਜੇ ਆਪਾਂ ਕਹੀਏ ਪੰਜਾਬ ਦੇ, ਔਰ ਇਹ 2022 ਦੀ ਰਿਪੋਰਟ ਹੈ ਜੀ ਤੁਹਾਡੇ ਕੋਲ, ਮੇਬੀ ਹੁਣ ਜ਼ਿਆਦਾ ਡਿਟੀਰੀਓਰੇਟ ਹੋ ਗਈ ਹੋਵੇ ਹਾਲਤ, 2022 ਦੀ ਟ੍ਰਿਬਿਊਨ ਦੀ ਰਿਪੋਰਟ ਹੈਗੀ ਤੁਹਾਡੇ ਕੋਲ। ਉਹਦੇ ਵਿੱਚ ਸੀਗਾ ਤੁਹਾਡੇ ਕੋਲ ਕਿ ਤੁਹਾਡੇ 78% ਜਿਹੜੇ ਬਲਾਕਸ ਨੇ ਤੁਹਾਡੇ ਕੋਲ, ਵਾਟਰ ਬਲਾਕਸ ਨੇ, ਉਹ ਓਵਰ ਐਕਸਪਲੋਇਟਡ ਹੈ। ਓਵਰ ਐਕਸਪਲੋਇਟਡ ਦਾ ਮਤਲਬ ਹੈ ਵੀ ਛੱਡਿਆ ਆਪਾਂ ਕੱਖ ਨਹੀਂਗਾ ਤੁਹਾਡੇ ਕੋਲ। ਉਹਦੀ ਗਿਣਤੀ ਸੀਗੀ 150 'ਚ 117 ਤੁਹਾਡੇ ਪਾਸ, ਔਰ ਇਹ ਰਿਪੋਰਟ ਸੰਸਦ ਵਿੱਚ ਵੀ ਡਿਸਕਸ਼ਨ 'ਚ ਪੜ੍ਹੀ ਗਈ ਸੀਗੀ। ਵੀ ਜੇ ਇਹਦਾ ਮਤਲਬ ਹੈ ਵੀ ਆਪਾਂ ਹਾਲੇ ਤੱਕ ਜੇ ਆਪਾਂ ਕੁਛ ਉਸ ਚੀਜ਼ ਲਈ ਨਹੀਂ ਕੀਤਾ ਤਾਂ ਹੁਣ 117 118 119 ਆਪਾਂ ਤਾਂ ਪਾਣੀ ਕੱਢੀ ਜਾ ਰਹੇ ਜ਼ਮੀਨ ਤੋਂ, ਬਟ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਹੈ ਉਹਨਾਂ ਦਾ ਕੀ ਕਰਾਂਗੇ? ਸਾਰਿਆਂ ਨੇ ਤਾਂ ਪੰਜਾਬ ਛੱਡ ਕੇ ਨਹੀਂ ਨਾ ਜਾਣਾ, ਤੇ ਇਹਦਾ ਮਤਲਬ ਜਿਹੜੇ ਰਹਿੰਦੇ ਉਹਨਾਂ ਦਾ ਵੀ ਤਾਂ ਕੁਝ ਸੋਚਣਾ ਹੈ ਨਾ। ਇਹਦਾ ਮਤਲਬ ਇਹ ਆਪਣੀ ਮੋਰਲ ਡਿਊਟੀ ਬਣਦੀ ਹੈ, ਠੀਕ ਹੈ, ਵੀ ਜੇ ਸਾਡੀ ਟੈਂਕੀ ਓਵਰਫਲੋ ਹੋ ਰਹੀ ਹੈ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਇਹ ਹੈ। ਦੇਖੋ,
ਗਲਤੀ ਬਾਈ ਚਾਂਸ ਉਹ ਤਾਂ ਸਾਡੇ ਤੋਂ ਵੀ ਹੋ ਜਾਂਦੀ ਬਾਈ ਚਾਂਸ ਬੱਚੇ ਨੇ ਪਹਿਲਾਂ ਭਰ ਲਈ, ਮੇਰੇ ਵਰਗੇ ਨੇ ਆ ਕੇ ਸੋਚਦਾ ਪਤਾ ਬਸ ਇੱਕ ਪ੍ਰੋਵੀਜ਼ਨ ਰੱਖਿਆ ਹੋਇਆ ਵੀ ਜੇ ਸਿੱਧੀ ਇਹਦੇ ਵਿੱਚ ਜੇ ਬਾਈ ਚਾਂਸ ਓਵਰਫਲੋ ਹੋ ਵੀ ਜਾਵੇ, ਉਹ ਇੱਕ ਬਾਲਟੀ ਵੀ ਪਾਣੀ ਡੁੱਲਿਆ ਉਹ ਨੀਚ ਗਿਰਨ ਲੱਗ ਜਾਣੇ ਨੇ, ਆਵਾਜ਼ ਦੇਣੀ ਸ਼ੁਰੂ ਕਰ ਦੇਣੀ ਹੈ, ਤੁਹਾਡੇ ਕੋਲ ਬੰਦੇ ਨੂੰ ਪਤਾ ਲੱਗ ਜਾਂਦਾ ਤੁਹਾਡੇ ਕੋਲ ਐਟਲੀਸਟ ਜਿਹੜਾ ਹੈਗਾ। ਮਤਲਬ ਜੇ ਆਪਾਂ ਕਹਿੰਦੇ ਵੀ ਆਪਾਂ ਬਚਾ ਵੀ ਨਹੀਂ ਸਕਦੇ, ਕੁਝ ਵੀ ਨਹੀਂ ਕਰ ਸਕਦੇ, ਆਪਾਂ ਨੈਗੇਟਿਵ 'ਚ ਤਾਂ ਨਾ ਚਾਹੀਏ, ਜ਼ੀਰੋ 'ਤੇ ਤਾਂ ਰਹੀਏ ਕਿ ਸਾਡਾ ਜਿਹੜਾ ਬਿਲਕੁਲ ਫਰੈਸ਼ ਵਾਟਰ ਹੈ, ਮਤਲਬ ਟੈਂਕੀਆਂ ਓਵਰਫਲੋ ਹੋ ਰਹੀਆਂ ਔਰ ਉਹ ਸੀਵਰੇਜ 'ਚ ਜਾ ਰਿਹਾ, ਉੱਥੇ ਜਾ ਕੇ ਬਹੁਤ ਦੁੱਖ ਹੁੰਦਾ। ਕਈ ਵਾਰ ਅਸੀਂ ਗੱਡੀ ਰੋਕ ਕੇ ਵੀ ਟੂਟੀ ਬੰਦ ਕੀਤੀ ਹੈ ਸਰਕਾਰੀ, ਮਤਲਬ ਮੈਂ ਤੇ ਮੇਰਾ ਫਰੈਂਡ ਜਦੋਂ ਅਸੀਂ ਸਕੂਲ ਜਾ ਰਹੇ ਹੁੰਦੇ ਹਾਂ ਅਸੀਂ ਗੱਡੀ ਰੋਕ ਕੇ ਵੀ, ਠੀਕ ਹੈ ਵੀ ਜੇ ਮੈਂ ਚਲਾ ਰਿਹਾ ਹਾਂ ਤਾਂ ਉਹਨੂੰ ਯਾਰ ਟੂਟੀ ਬੰਦ ਕਰ ਦੇ, ਜੇ ਉਹ ਚਲਾ ਰਿਹਾ ਹੁੰਦਾ ਤਾਂ ਯਾਰ ਮੈਂ ਟੂਟੀ ਬੰਦ ਕਰਦਾ, ਗੱਡੀ ਰੋਕ ਤੁਹਾਡੇ ਕੋਲ। ਤੇ ਇਹਦਾ ਮਤਲਬ ਜਿਹੜਾ ਚਲਾ ਕੇ ਗਿਆ ਉਹਦੀ ਡਿਊਟੀ ਨਹੀਂ ਸੀ ਬੰਦ ਕਰਨਾ। ਤਾਂ ਮਤਲਬ ਇਹ ਚੀਜ਼ ਹੈਗੀ ਹੈ ਤੁਹਾਡੇ ਕੋਲ, ਇਹ ਸਸਟੇਨੇਬਿਲਟੀ। ਇਹ ਨਾ ਸੋਚੋ ਮੇਰੀ ਲੰਘ ਗਈ, ਇਹ ਨਾ ਸੋਚੋ ਮੇਰੀ ਲੰਘ ਗਈ, ਹਜੇ ਜਨਰੇਸ਼ਨਸ ਹੈ ਜਿਹੜੀਆਂ ਉਹ ਬਹੁਤ ਆਉਣੀਆਂ ਨੇ ਤੁਹਾਡੇ ਕੋਲ, ਔਰ ਉਹ ਜਿਹੜੀਆਂ ਹੈਗੀਆਂ ਨੇ ਤੁਹਾਡੇ ਕੋਲ ਉਹ ਜਨਰੇਸ਼ਨਸ ਫਿਰ ਸਾਨੂੰ ਜਿਹੜਾ ਹੈਗਾ ਇਹ ਤਾਂ ਲਾਂਭਾ ਦੇਣਗੀਆਂ ਵੀ ਸਾਡੇ ਲਈ ਤੁਸੀਂ ਰਹਿਣ ਯੋਗ ਛੱਡਿਆ ਹੀ ਕੁਛ ਨਹੀਂ। ਕਿਉਂਕਿ ਪੈਸੇ ਤਾਂ ਕਮਾ ਸਕਦੇ ਹੋ, ਰਿਸੋਰਸਿਸ ਜਨਰੇਟ ਕਰ ਸਕਦੇ ਹੋ, ਬੱਚਾ ਬਹੁਤ ਇੰਟੈਲੀਜੈਂਟ ਹੈ, ਉਹਨੇ ਬਿਜ਼ਨਸ ਵੀ ਕਰ ਲਿਆ, ਉਹਨੇ ਸਾਰਾ ਕੁਝ ਕਰ ਲਿਆ, ਸਾਰਾ ਇਹ ਤਾਂ ਉਹਦੇ ਹੱਥ 'ਚ ਉਹਦੀ ਇੰਟੈਲੀਜੈਂਸੀ ਹੈ, ਪਰ ਉਹਦੇ ਲਈ ਪਾਣੀ ਨਾ ਛੱਡਿਆ ਤੁਹਾਡੇ ਕੋਲ, ਇਸ 'ਚ ਉਹ ਨਹੀਂ ਨਾ ਕੁਝ ਕਰ ਸਕਦਾ ਤੁਹਾਡੇ ਕੋਲ। ਸਹੀ ਚੀਜ਼ ਸੀ। ਆਪਾਂ ਅਕਸਰ ਨਾ ਇਹ ਦੇਖਦੇ ਹਾਂ, ਮੈਂ ਸ਼ੁਰੂ 'ਚ ਇੱਕ ਗੱਲ ਕਰ ਰਿਹਾ ਸੀਗਾ ਕਿ ਟੈਂਕੀ ਲੋਕਾਂ ਦੀ ਓਵਰਫਲੋ ਹੋਈ ਜਾਂਦੀਆਂ ਨੇ, ਗੱਡੀਆਂ ਲੋਕ ਧੋਈ ਜਾਂਦੇ ਨੇ ਤੇ ਕਿਤੇ ਨਾ ਕਿਤੇ ਉਹ ਵੀ ਪਾਣੀ ਨੂੰ ਵੇਸਟ ਕਰਦੇ, ਜਿੱਦਾਂ ਕਿ ਟੂਟੀ ਦੀ ਉਹ ਗੱਲ ਕਰ ਰਹੇ ਸੀ ਆਪਾਂ, ਟੂਟੀ ਦੀ ਐਗਜ਼ਾਮਪਲ ਦੇ ਰਹੇ ਸੀ, ਓਵਰਫਲੋ ਹੋ ਕੇ ਚੱਲੀ ਜਾਂਦੀ, ਬਾਲਟੀਆਂ ਭਰੀਆਂ ਨੇ। ਲੋਕ ਪਤਾ ਨਹੀਂ ਕਿਉਂ ਨਹੀਂ ਇਹ ਚੀਜ਼ਾਂ ਸਮਝ ਰਹੇ ਕਿ ਪਾਣੀ ਖਤਮ ਹੋ ਗਿਆ ਤਾਂ ਆਉਣ ਵਾਲੀ ਜਨਰੇਸ਼ਨ ਸਾਨੂੰ ਜਿਹੜੀ ਕਿ ਕੀ ਸਾਨੂੰ ਕਹੂਗੀ ਵੀ ਸਾਡੇ ਲਈ ਤਾਂ ਕੁਝ ਛੱਡਿਆ ਹੀ ਨਹੀਂਗਾ। ਨਹੀਂ ਪਤਾ ਕਿਆ ਹੈ, ਇੱਕ ਹਿਊਮਨ ਟੈਂਡੈਂਸੀ ਹੈ ਇਹ ਤੁਹਾਡੇ ਕੋਲ। ਬੰਦਾ ਪਤਾ ਕੀ ਕਹਿੰਦਾ ਹੁੰਦਾ ਹੈ, ਇਹ ਮੇਰੇ ਨਾਲ ਨਹੀਂ ਹੋ ਸਕਦਾ ਕਿਸੇ ਨਾਲ। ਤੁਸੀਂ ਰਸਤੇ 'ਚ ਤੁਸੀਂ ਦੇਖੋ ਜੇ ਕਿਸੇ ਦਾ ਐਕਸੀਡੈਂਟ ਹੋਇਆ, ਬੰਦਾ ਸੋਚਦਾ ਅਰੇ ਮਾੜੀ ਹੋਈ, ਪਰ ਬੰਦਾ ਇਹ ਕਦੇ ਨਹੀਂ ਸੋਚਦਾ ਮੇਰੇ ਨਾਲ ਵੀ ਹੋ ਸਕਦਾ। ਇਹ ਪੱਕਾ ਹੈ, ਇਹ ਹਿਊਮਨ ਟੈਂਡੈਂਸੀ ਹੈ। ਤੁਸੀਂ ਕਹੋਗੇ ਅਗਲਾ ਮੋਬਾਈਲ ਸੁਣਦਾ ਜਾ ਰਿਹਾ ਐਕਟਿਵਾ 'ਤੇ, ਇਹ ਗਲਤ ਹੈ, ਪਰ ਜਿੱਦਣ ਤੁਸੀਂ ਸੁਣੋ ਉਦੋਂ ਠੀਕ ਹੈ, ਭਾਈ ਤੁਸੀਂ ਸੁਣੋ ਉਦੋਂ ਠੀਕ ਹੈ ਤੁਹਾਡੇ ਕੋਲ। ਤਾਂ ਮਤਲਬ ਮੈਂ ਇੱਕ ਦਿਨ ਸੇਮ ਬੰਦਾ ਐਕਟਿਵਾ ਵਾਲਾ 2 ਵਾਰ ਗਿਰਿਆ ਦੇਖਿਆ। ਮੈਂ ਮੰਡੀ ਦੇ ਕੋਲੋਂ ਨਿਕਲਿਆ, ਉਹ ਬੰਦਾ ਗਿਰਿਆ ਹੋਇਆ ਸੀਗਾ, ਲੋਕਾਂ ਨੇ ਚੱਕਿਆ, ਜਾਨੂੰ ਮੈਂ ਸਬਜ਼ੀ ਲਈ, ਠੀਕ ਹੈ, ਉਹਨੇ ਮੋਬਾਈਲ ਲਾਇਆ ਸੀ ਕੰਨ 'ਤੇ, ਮੈਂ ਪਿੱਛੋਂ ਦੇਖ ਰਿਹਾ ਸੀਗਾ। ਤੇ ਉਸ ਤੋਂ ਬਾਅਦ ਜਦੋਂ ਬੱਸ ਅੱਡੇ ਤੋਂ ਅੱਗੇ ਟੁੱਪੇ ਤੁਹਾਡੇ ਕੋਲ ਜਿਹੜਾ ਹੈਗਾ, ਤੇ ਮਗਰ ਮੈਂ ਸੀਗਾ ਐਕਟਿਵਾ 'ਤੇ, ਉਹ ਬੰਦਾ ਫੇਰ ਗਿਰਿਆ ਪਿਆ ਉੱਥੇ ਤੁਹਾਡੇ ਕੋਲ। ਔਰ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਸੀ ਵੀ ਭਰਾ ਤੂੰ ਪਹਿਲਾਂ ਗਿਰਿਆ, ਤੁਹਾਡੇ ਕੋਲ ਤੂੰ ਕੰਨ ਨੂੰ ਮੋਬਾਈਲ ਲਾਇਆ, ਵੀ ਐਡੀ ਵੀ ਦੇਖੋ ਸਿੰਪਲ ਜੀ ਗੱਲ ਹੈ, ਐਡੀ ਵੀ ਕੀ ਐਮਰਜੈਂਸੀ ਆ ਗਈ, ਤੁਸੀਂ ਫਿਰ ਗਿਰਨ ਤੋਂ ਬਾਅਦ ਵੀ ਕੰਨ ਨੂੰ ਲਾ ਲਿਆ। ਤਾਂ ਸੇਮ ਸਟੋਰੀ ਹੈ ਬਸ। ਆਪਣੀ ਵਾਰ ਜਦੋਂ ਦੇਖੋ ਜਿਹੜਾ WhatsApp 'ਤੇ ਤੁਸੀਂ ਜੇ ਦੇਖੋ ਉਹ ਚੈਨੇ ਆਉਣਗੇ ਪਾਣੀ ਬਚਾਓ, ਤੇ ਉਹ ਜਿਹੜਾ ਹੈਗਾ ਤੇ ਉਹ ਅਲਟੀਮੇਟਲੀ ਉਹ ਸਿਰਫ ਤੁਹਾਡੇ ਕੋਲ ਇਲੈਕਟ੍ਰੋਨਿਕਲੀ ਬਚ ਰਿਹਾ। ਜਦੋਂ ਵਾਰੀ ਪ੍ਰੈਕਟੀਕਲੀ ਜਦੋਂ ਬਚਾਉਣ ਦੀ ਆਉਂਦੀਆਂ ਨਹੀਂ। ਜਦੋਂ ਅਸੀਂ ਸਕੂਲ ਕਹਿੰਦੇ ਹਾਂ, ਅਸੀਂ ਜਿਹੜਾ ਕਿਉਂਕਿ ਉਹ ਫਾਰਮੇਟਿਵ ਮਾਈਂਡਸ ਹੁੰਦੇ ਨੇ, ਅਸੀਂ ਛੋਟੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਵੀ 8 ਤੱਕ ਤੁਸੀਂ, ਤਾਂ ਫਾਰਮੇਟਿਵ ਮਾਈਂਡਸ ਹੁੰਦੇ ਆ, ਤਾਂ ਉਹ ਗੱਲ ਜਿਹੜੀ ਹੈਗੀ ਆ ਉਹ ਤੁਹਾਡੇ ਕੋਲ ਇੰਨੀ ਕੁ ਛੇਤੀ ਪਿਕ ਕਰਦੇ ਨੇ ਤੁਹਾਡੇ ਕੋਲ, ਠੀਕ ਹੈ ਜੀ। ਤਾਂ ਜਿਹੜਾ ਹੈਗਾ ਉਹ ਤੁਹਾਡੇ ਕੋਲ ਮਤਲਬ ਜੋ ਤੁਸੀਂ ਕਹਿੰਦੇ ਹੋ ਉੱਥੇ ਟੀਚਰ ਦਾ ਜਿਹੜਾ ਇੰਪ੍ਰੈਸ਼ਨ ਹੁੰਦਾ ਉਹ ਬਹੁਤ ਜ਼ਿਆਦਾ ਹੁੰਦਾ ਤੁਹਾਡੇ ਕੋਲ। ਅਗਰ ਟੀਚਰ ਕਰਕੇ ਦਿਖਾ ਰਿਹਾ ਚੀਜ਼ਾਂ ਤਾਂ ਬੱਚੇ ਬਹੁਤ ਛੇਤੀ ਮੰਨਦੇ ਆ। ਤਾਂ ਮਤਲਬ ਇੱਕ ਕੋਸ਼ਿਸ਼ ਇਹੀ ਹੈ ਤੁਹਾਡੇ ਕੋਲ ਬਈ ਸੁਸਾਇਟੀ 'ਚ ਉਸ ਤਰ੍ਹਾਂ ਦੇ ਬੱਚੇ ਭੇਜੀਏ ਜਿਹੜੇ ਥੋੜ੍ਹਾ ਜਿਹਾ ਵੀ ਪਾਣੀ ਨਾ ਡੁੱਲਣ ਦੇਣ ਤੁਹਾਡੇ ਕੋਲ, ਜਿਹੜਾ ਹੈਗਾ ਤੁਹਾਡੇ ਕੋਲ ਮਤਲਬ ਉਹਨਾਂ 'ਚ ਉਹ ਚੀਜ਼ ਆਵੇ। ਪਰ ਜੋ ਆਲਰੇਡੀ ਆਪਾਂ ਸੁਸਾਇਟੀ ਦੇ ਜਿਹਨੂੰ ਆਪਾਂ ਕਹਿੰਦੇ ਹਾਂ ਤੁਹਾਡੇ ਕੋਲ ਬਈ ਵੱਡੇ ਮੈਂਬਰ ਹੈਗੇ ਨੇ, ਜਿਹੜੇ ਕਿਤੇ ਨਾ ਕਿਸੇ ਸਟੇਜ 'ਤੇ ਪਹੁੰਚੇ ਪਏ ਨੇ, ਜਿਨ੍ਹਾਂ ਨੇ ਸਾਰਾ ਕੁਝ ਲਾਈਫ 'ਚ ਅਚੀਵ ਕਰ ਲਿਆ ਹੈ, ਤਾਂ ਉਸ ਤੋਂ ਬਾਅਦ ਤਾਂ ਸਿਰਫ ਇਹੀ ਰਹਿੰਦਾ ਵੀ ਜਦੋਂ ਆਪਾਂ ਕਹਿੰਦੇ ਹਾਂ 45-50 'ਤੇ ਆ ਗਏ ਆਪਾਂ ਸਭ ਕੁਝ ਅਚੀਵ ਕਰ ਲਿਆ, ਉਸ ਤੋਂ ਬਾਅਦ ਤਾਂ ਸਿਰਫ ਇਹੀ ਹੁੰਦਾ ਵੀ ਹੁਣ ਅੱਛੇ ਕੰਮ ਸਟਾਰਟ ਕਰ ਦਈਏ। ਔਰ ਜਿਹੜੀ ਹੈਪੀਨੈਸ ਹੈ, ਹੈਪੀਨੈਸ ਇਜ਼ ਨਾਟ ਰਿਲੇਟਡ ਟੂ ਵੈਲਥ ਕਿ ਮੈਂ ਅਮੀਰ ਹੋ ਗਿਆ ਖੁਸ਼, ਇਹਦਾ ਮਤਲਬ ਸਾਰੇ ਅਮੀਰ ਨਹੀਂ ਤਾਂ ਖੁਸ਼ ਹੋਣ ਤੇ ਸਾਰੇ ਗਰੀਬ ਖੁਸ਼ ਨਾ ਹੋਣ, ਐਸਾ ਨਹੀਂ ਹੁੰਦਾ। ਹੈਪੀਨੈਸ ਜਦੋਂ ਤੁਸੀਂ ਕੋਈ ਐਸਾ ਕੰਮ ਕਰੋਗੇ ਜਿੰਨਾ ਤੁਹਾਨੂੰ ਸੈਟਿਸਫੈਕਸ਼ਨ ਮਿਲੇ, ਕਿਉਂਕਿ ਮੈਂ ਸਟਾਰਟ 'ਚ ਕਿਹਾ ਸੀ B ਔਰ D ਬਰਥ ਔਰ ਡੈਥ ਵਿੱਚ C ਬੈਠਾ, C ਮੀਨਸ ਚੋਇਸਿਸ। ਅਗਰ ਚੋਇਸਿਸ ਤੁਹਾਡੀਆਂ ਸਹੀ ਹੁੰਦੀਆਂ ਨੇ ਤੁਹਾਡੇ ਕੋਲ, ਤਾਂ ਡੈਫੀਨੇਟਲੀ ਜਿਹੜਾ ਹੈਗਾ ਜਿਹੜੀ ਇੱਕ ਫੀਲ ਆਉਂਦੀ ਹੈ ਨਾ, ਬੰਦਾ ਖੁਸ਼ ਹੁੰਦਾ ਤੁਹਾਡੇ ਕੋਲ, ਉਹ ਜਿਹੜੀ ਹੈ ਉਹ ਤੁਹਾਨੂੰ ਕਿਤੋਂ ਨਹੀਂ ਮਿਲਣੀ। ਹੁਣ ਤੁਸੀਂ ਤੁਹਾਡੇ ਕੋਲ ਆ ਵੀ ਦੇਖੋ ਆਪਾਂ ਦੇ ਰਹੇ ਹਾਂ, ਆ ਪਿਆ ਤੁਹਾਡੇ ਕੋਲ, ਆ ਇਹ ਤੁਸੀਂ ਇਹ 'ਤੇ ਵੀ ਜੇ ਤੁਸੀਂ ਛੋਟੇ ਜਿਹੇ ਕਰੇਲੇ ਲੱਗੇ ਦੇਖੋਗੇ ਨਾ, ਆਹ ਦੇਖੋ, ਠੀਕ ਹੈ, ਤੁਹਾਨੂੰ ਇਹ ਤੋਂ ਹੀ ਇੰਨੀ ਖੁਸ਼ੀ ਆ ਜਾਣੀ ਹੈ। ਔਰ ਹਾਲਾਂਕਿ ਇਹ ਪਲਾਂਟ ਕਿਸੇ ਹੋਰ ਚੀਜ਼ ਦਾ ਸੀ, ਠੀਕ ਹੈ, ਪਰ ਸਿੰਪਲ ਜੀ ਗੱਲ ਹੈ, ਸਭ ਦੀ ਟਿਊਨਿੰਗ ਹੈ ਹੋਈ ਹੈ। ਮੰਮੀ ਨੇ ਸਬਜ਼ੀ ਬਣਾਈ, ਮੰਮੀ ਨੇ ਆਪਣੇ ਆ ਕੇ ਬੀਜ ਦੱਬਤੇ, ਕਿਉਂਕਿ ਉਹ ਜਿਹੜੇ ਨਵਾਂ ਕਰੇਲਾ ਹੁੰਦਾ ਉਹ ਗਿੱਲੇ ਹੁੰਦੇ, ਆਰਾਮ ਨਾਲ ਬਣ ਕੇ ਚੜ੍ਹ ਗਏ, ਔਰ ਇਹਦੇ ਵਿੱਚੋਂ ਹੀ ਤੁਸੀਂ ਦੇਖਿਓ ਨਿਕਲ ਹੀ ਜਾਣੇ। ਔਰ ਜਿੱਥੇ ਸਪੈਸ਼ਲੀ ਆਪਾਂ ਵੱਡੇ ਗਮਲਿਆਂ 'ਚ ਲਗਾਏ ਉੱਥੇ ਤਾਂ ਹੈਗੇ ਨੇ ਤੁਹਾਡੇ ਕੋਲ। ਸੋ ਮੀਨਸ ਤੁਸੀਂ ਕੰਡੀਸ਼ਨਿੰਗ ਆਫ ਮਾਈਂਡ ਕਰਨੀ ਹੈ ਵੀ ਮੈਂ ਆਹ ਚੀਜ਼ ਜਿਹੜੀ ਹੈਗੀ ਹੈ ਮੈਂ ਬਚਾਉਣੀ ਹੈ, ਮੈਂ ਆਹ ਚੀਜ਼ ਅੱਛੀ ਕਰਨੀ ਹੈ, ਮੇਰੇ ਬੱਚਿਆਂ ਲਈ ਕਰਨੀ ਹੈ। ਤੁਸੀਂ ਛੱਡੋ ਕਿਉਂਕਿ ਮੈਂ ਬਾਕੀ ਦੁਨੀਆ ਛੱਡੋ, ਸਿਰਫ ਆਪਣੇ ਬੱਚਿਆਂ ਲਈ। ਹਰੇਕ ਹੀ ਸੋਚੋ ਮੈਂ ਆਪਣੇ ਬੱਚੇ ਲਈ, ਸਾਰਿਆਂ ਦੇ ਬੱਚਿਆਂ ਲਈ ਹੋ ਗਿਆ ਨਾ।
ਤਾਂ ਬਸ ਇਹੀ ਚੀਜ਼ ਹੈ ਤੁਹਾਡੇ ਕੋਲ, ਹੋਰ ਕੋਈ ਪਰਪਸ ਨਹੀਂ ਸੀ। ਜੇ ਆਪਾਂ ਕਹਿ ਰਹੇ ਹਾਂ ਆਪਾਂ ਵੀਡੀਓ ਬਣਾ ਰਹੇ ਹਾਂ ਤਾਂ ਪਰਪਸ ਇਹਦਾ ਕੋਈ ਇਹ ਨਹੀਂ ਕਿ ਆਪਾਂ ਪਬਲਿਸਿਟੀ ਹੈ ਜਾਂ ਕੁਛ ਹੈ, ਤਾਂ ਕੋਈ ਇਸ ਚੀਜ਼ ਨਾਲ ਕੋਈ ਫਰਕ ਨਹੀਂ। ਇਹ ਤਾਂ ਜਸਟ ਅਵੇਅਰਨੈਸ ਹੈ ਤੁਹਾਡੇ ਕੋਲ। ਚਲੋ ਆਪਾਂ ਕਹਿ ਰਹੇ ਹਾਂ ਹਰੇਕ ਬੰਦਾ ਜਿਹੜਾ ਫਾਈਨੈਂਸ਼ੀਅਲੀ ਟੈਂਕੀ ਵੀ ਨਹੀਂ ਲਵਾ ਸਕਦਾ ਕੁਛ ਹੈ, ਚਲੋ ਜਿੱਥੇ ਪਾਣੀ ਆ ਰਿਹਾ ਤੁਹਾਡੇ ਕੋਲ ਉਹਨੂੰ ਬਾਲਟੀਆਂ 'ਚ ਕਨੈਕਟ ਕਰੋ, ਚਲੋ ਇੱਕ ਦਿਨ ਪੌਦਿਆਂ ਦਾ ਪਾਣੀ ਇਕੱਠਾ ਹੋ ਗਿਆ। ਜੇ ਆਪਾਂ ਕਹੀਏ 5-7 ਬਾਲਟੀਆਂ ਆਪਣੇ ਘਰੇ ਪਈਆਂ ਨੇ ਪੇਂਟ ਵਾਲੀਆਂ ਜਾਂ ਕੁਛ ਹੈ, ਮੀਂਹ ਪੈਂਦੇ ਤੇ ਪਰ ਨਾਲੇ ਨੀਚੇ ਰੱਖ ਕੇ ਉਹੀ ਭਰ ਲੀਆਂ, ਉਹ 2 ਦਿਨ ਤਾਂ ਬਰਸਾਤ ਕਰਕੇ ਪੌਦੇ ਗਿੱਲੇ ਰਹਿੰਦੇ, 2 ਦਿਨ ਬਾਅਦ ਤੁਸੀਂ ਦੇ ਦਿਓ, ਚਲੋ ਤੁਸੀਂ ਕੁਛ ਤਾਂ ਕੀਤਾ ਨਾ। ਤਾਂ ਮਤਲਬ ਇਹ ਚੀਜ਼ ਹੈਗੀ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰ ਲਈ। ਤਾਂ ਇਹ ਸਨ ਗੁਰਪ੍ਰੀਤ ਸਿੰਘ, ਬਤੌਰ ਅਧਿਆਪਕ ਨੇ, ਸਾਇੰਸ ਅਧਿਆਪਕ ਨੇ, ਤੇ ਬੱਚਿਆਂ ਨੂੰ ਜਿੱਥੇ ਸਿੱਖਿਆ ਵੀ ਦਿੰਦੇ ਤੇ ਨਾਲ ਇੱਕ ਮੋਟੀਵੇਟ ਵੀ ਕਰ ਰਹੇ ਨੇ, ਸਮਾਜ ਨੂੰ ਵੀ ਮੋਟੀਵੇਟ ਕਰ ਰਹੇ ਨੇ ਕਿ ਪਾਣੀ ਨੂੰ ਆਪਾਂ ਕਿਸ ਤਰ੍ਹਾਂ ਬਚਾ ਸਕਦੇ ਹਾਂ। ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਹੈ ਕਿ ਜਿਹੜਾ ਬਰਸਾਤ ਦਾ ਪਾਣੀ ਇਹਨਾਂ ਦੀ ਛੱਤ ਤੇ ਗਿਰਦਾ ਹੈ ਉਹ ਪਾਈਪਾਂ ਰਾਹੀਂ, ਪਰਨਾਲੇ ਰਾਹੀਂ ਇੱਥੋਂ ਆ ਕੇ ਟੈਂਕੀਆਂ ਦੇ ਵਿੱਚ ਸਟੋਰ ਹੋ ਜਾਂਦਾ ਤੇ ਪਾਣੀ ਨੂੰ ਬਾਅਦ ਦੇ ਵਿੱਚ ਘਰ ਦੇ ਜਿਹੜੇ ਜ਼ਰੂਰੀ ਕੰਮ ਨੇ, ਜਿੱਦਾਂ ਕਿ ਪੇੜ ਪੌਦਿਆਂ ਨੂੰ ਪਾਣੀ ਦੇਣਾ ਜਾਂ ਘਰ ਦੇ ਹੋਰ ਸਾਫ਼ ਸਫਾਈ ਲਈ ਜਿਹੜੇ ਕੰਮ ਹੁੰਦੇ ਨੇ, ਉਹਨਾਂ ਲਈ ਇਹਦੀ ਜਿਹੜੀ ਕਿ ਵਰਤੋਂ ਕੀਤੀ ਜਾਂਦੀ ਹੈ। ਜੇ ਇਸ ਤਰ੍ਹਾਂ ਹਰ ਬੰਦਾ ਇਸ ਜ਼ਿੰਮੇਵਾਰੀ ਨੂੰ ਸਮਝੇ ਕਿ ਪਾਣੀ ਨੂੰ ਆਪਾਂ ਬਚਾਉਣਾ ਹੈ, ਕਿ ਪਾਣੀ ਨੂੰ ਵੇਸਟ ਨਹੀਂ ਕਰਨਾ, ਟੂਟੀਆਂ ਜਿਹੜੀ ਹੈਗੀ ਚੱਲਦੀਆਂ ਰਹਿੰਦੀਆਂ ਨੇ, ਜੇ ਟੈਂਕੀ ਓਵਰਫਲੋ ਹੋ ਕੇ ਚੱਲਦੀ ਰਹਿੰਦੀ ਹੈ, ਜੇ ਹਰ ਬੰਦਾ ਇਸ ਡਿਊਟੀ ਨੂੰ ਸਮਝੇ ਤਾਂ ਜ਼ਾਹਿਰ ਜੀ ਗੱਲ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਪਾਣੀ ਹੋਰ ਕਾਫੀ ਲੰਬੇ ਸਮੇਂ ਤੱਕ ਜਿਹੜਾ ਹੈਗਾ ਥੱਲੇ ਨਹੀਂ ਜਾਵੇਗਾ। ਤਾਂ ਉਮੀਦ ਕਰਦੇ ਹਾਂ ਕਿ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਊਗੀ। ਅੱਗੇ ਤੋਂ ਹੋਰ ਵੀਡੀਓ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਮੈਨੂੰ ਇਜਾਜ਼ਤ ਦਿਓ। ਕੈਮਰਾਮੈਨ ਹਰਪ੍ਰੀਤ ਦੇ ਨਾਲ ਲਖਵਿੰਦਰ ਲੱਕੀ, ਡੇਲੀ ਪੋਸਟ ਪੰਜਾਬੀ, ਖੰਨਾ।